ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਖਾਲਸਾ ਏਡ ਨੂੰ NIA ਦਾ ਨੋਟਿਸ, ਰਵੀ ਸਿੰਘ ਨੇ ਦੱਸੀ ਸੱਚਾਈ। ਅਮਰੀਕਾ ਵਾਲੇ ਨੇ ਕੈਨੇਡਾ ਆ ਕੇ ਤੋੜੇ ਨਿਯਮ, ਓਟਵਾ ਪੁਲਿਸ ਨੇ ਠੋਕਿਆ ਜੁਰਮਾਨਾ। ਕੈਨੇਡਾ ਲਗਾ ਸਕਦਾ ਹੈ ਹੋਰ ਫਲਾਈਟਾਂ ਦੇ ਉੱਪਰ ਰੋਕ, ਟਰੂਡੋ ਨੇ ਦੱਸੇ ਕਾਰਨ। UK ਆਉਣ ਵਾਲਿਆਂ ਤੇ ਸਖਤੀ, ਹੁਣ ਜਾਰੀ ਹੋਏ ਨਵੇਂ ਨਿਯਮ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਲੰਗਰ ਦੀ ਫੰਡਿੰਗ ਦੇ ਸੰਬੰਧੀ ਅਤੇ ਹੋਰ ਕਈ ਮਾਮਲਿਆਂ ਦੇ ਸੰਬੰਧ ਦੇ ਵਿੱਚ NIA ਵੱਲੋਂ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਖਾਲਸਾ ਏਡ ਦੇ ਡਾਇਰੈਕਟਰ ਤੇ ਹੋਰਾਂ ਨੂੰ ਵੀ ਅਜਿਹੇ ਨੋਟਿਸ ਮਿਲੇ ਨੇ। ਇਸ ਦੀ ਜਾਣਕਾਰੀ ਉਹਨਾਂ ਨੇ ਇੱਕ ਪੋਸਟ ਰਾਹੀਂ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪੂਰੇ ਤਰੀਕੇ ਦੇ ਨਾਲ ਇਸ ਛਾਣਬੀਨ ਦੇ ਵਿੱਚ, ਇਸ ਜਾਂਚ ਦੇ ਵਿੱਚ ਸਹਿਯੋਗ ਕੀਤਾ ਜਾਵੇਗਾ। ਨਾਲ ਹੀ ਉਹਨਾਂ ਨੇ ਲੋਕਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਹ ਸਿਰਫ ਜਾਂਚ ਦੇ ਲਈ ਨੋਟਿਸ ਭੇਜੇ ਗਏ ਨੇ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਾਣੀ ਕਿ NIA ਸਿੱਖ ਫॉर ਜਸਟਿਸ ਤੇ ਲੰਗਰ ਫੰਡਿੰਗ ਦੇ ਮਾਮਲੇ ਦੇ ਵਿੱਚ ਦਰਜਨਾਂ ਤੋਂ ਵੱਧ ਲੋਕਾਂ ਨੂੰ ਨੋਟਿਸ ਭੇਜ ਰਹੀ ਹੈ। ਇਹ ਨੋਟਿਸ ਖਾਲਸਾ ਏਡ ਦੇ ਡਾਇਰੈਕਟਰ ਸਮੇਤ ਹੋਰਨਾਂ ਨੂੰ ਵੀ ਮਿਲੇ ਹਨ। NIA ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਾਂਚ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਨੋਟਿਸ ਭੇਜੇ ਗਏ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ। ਇਸ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਸਮੇਤ ਹੋਰ ਵੀ ਟਰਸਟੀਆਂ ਤੇ ਸਟਾਫ ਨੂੰ NIA ਵੱਲੋਂ ਨੋਟਿਸ ਭੇਜੇ ਗਏ ਹਨ। ਕੁਝ ਵੀਰਾਂ ਦੀ ਜਾਂਚ ਪੜਤਾਲ ਹੋ ਚੁੱਕੀ ਹੈ ਤੇ ਕੁਝ ਦੀ ਬਾਕੀ ਹੈ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਨੋਟਿਸ ਸੰਬੰਧੀ ਬੁਲਾਇਆ ਗਿਆ ਹੈ। ਆਸ ਕਰਦੇ ਹਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜਲਦ ਹੀ ਇਹ ਜਾਂਚ ਦਾ ਨਿਪਟਾਰਾ ਹੋਵੇ। ਧੰਨਵਾਦ। ਦੱਸ ਦਈਏ ਕਿ ਰਵੀ ਸਿੰਘ ਅਤੇ ਖਾਲਸਾ ਏਡ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਇਸ ਜਾਂਚ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ। NIA ਵੱਲੋਂ ਇਹ ਨੋਟਿਸ ਕਈਆਂ ਨੂੰ ਭੇਜੇ ਗਏ ਹਨ। ਬਹੁਤ ਸਾਰੇ ਲੋਕਾਂ ਨੂੰ ਇਹ ਨੋਟਿਸ ਮਿਲ ਚੁੱਕੇ ਨੇ ਤੇ ਕਈਆਂ ਨੂੰ ਅਜੇ ਮਿਲਣੇ ਬਾਕੀ ਹਨ। ਪਰ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਨੋਟਿਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬਲਕਿ ਇਹ ਸਿਰਫ ਪੜਤਾਲ ਦੇ ਲਈ ਜਾਣੀ ਕਿ ਜਾਂਚ ਦੇ ਲਈ ਹੀ ਭੇਜੇ ਜਾ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੰਟਰਨੈਸ਼ਨਲ ਫਲਾਈਟਸ ਦੇ ਸੰਬੰਧ ਦੇ ਵਿੱਚ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਕੈਨੇਡਾ ਹੋਰ ਵੀ ਕਈ ਫਲਾਈਟਸ ਦੇ ਉੱਪਰ ਰੋਕ ਲਗਾ ਸਕਦਾ ਹੈ। ਦਰਅਸਲ ਬ੍ਰਿਟੇਨ ਦੇ ਵਿੱਚ ਕੋਵਿਡ-19 ਦਾ ਨਵਾਂ ਸਟ੍ਰੇਨ ਮਿਲਿਆ ਤੇ ਇਸ ਦੇ ਚੱਲਦਿਆਂ ਕੈਨੇਡਾ ਵੱਲੋਂ ਇੱਥੋਂ ਆਉਣ ਵਾਲੀਆਂ ਫਲਾਈਟਸ ਦੇ ਉੱਪਰ ਰੋਕ ਲਗਾ ਦਿੱਤੀ ਗਈ। ਉਸ ਤੋਂ ਬਾਅਦ ਦੱਖਣੀ ਅਫਰੀਕਾ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਤੇ ਹੁਣ ਬ੍ਰਾਜ਼ੀਲ ਦੇ ਵਿੱਚ ਵੀ ਕਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਮਿਲਿਆ। ਇਸੇ ਦੇ ਚੱਲਦਿਆਂ ਕੈਨੇਡਾ ਦੇ ਵਿੱਚ ਸਖਤੀ ਕੀਤੀ ਜਾ ਸਕਦੀ ਹੈ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਜ਼ਰੂਰਤ ਪੈਂਦੀ ਹੈ, ਹਾਲਾਤਾਂ ਨੂੰ ਦੇਖਦਿਆਂ ਤਾਂ ਉਹ ਕਈ ਫਲਾਈਟਸ ਦੇ ਉੱਪਰ ਰੋਕ ਲਗਾ ਸਕਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਟਰਨੈਸ਼ਨਲ ਫਲਾਈਟਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ ਕੁਝ ਹੋਰ ਫਲਾਈਟਸ ਨੂੰ ਬੰਦ ਕੀਤਾ ਜਾ ਸਕਦਾ ਹੈ। ਦਰਅਸਲ ਵੱਖ-ਵੱਖ ਦੇਸ਼ਾਂ ਤੋਂ ਨਵੇਂ ਕਰੋਨਾ ਵਾਇਰਸ ਦੇ ਵੇਰੀਐਂਟ ਮਿਲਣ ਦੇ ਕਾਰਨ ਇਹ ਕਦਮ ਚੁੱਕਿਆ ਜਾ ਸਕਦਾ ਹੈ। ਇਹਨਾਂ ਨਵੇਂ ਵੇਰੀਐਂਟ ਦਾ ਫੈਲਾਅ ਕੈਨੇਡਾ ਦੇ ਵਿੱਚ ਰੋਕਣ ਦੇ ਲਈ ਕੈਨੇਡਾ ਸਰਕਾਰ ਅਜਿਹਾ ਕਦਮ ਚੁੱਕਣਾ ਚਾਹੁੰਦੀ ਹੈ। ਦੱਸ ਦਈਏ ਕਿ ਬ੍ਰਿਟੇਨ ਦੇ ਵਿੱਚ ਕੋਵਿਡ-19 ਦਾ ਜੋ ਨਵਾਂ ਰੂਪ ਮਿਲਿਆ, ਉਸ ਤੋਂ ਬਾਅਦ ਬ੍ਰਿਟੇਨ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ। ਹੁਣ ਬ੍ਰਾਜ਼ੀਲ ਦੇ ਵਿੱਚ ਵੀ ਕੋਵਿਡ-19 ਦਾ ਨਵਾਂ ਰੂਪ ਪਾਇਆ ਗਿਆ ਹੈ, ਜਿਸ ਤੋਂ ਬਾਅਦ ਕੈਨੇਡਾ ਸਰਕਾਰ ਹੁਣ ਹੋਰ ਫਲਾਈਟਸ ਦੇ ਉੱਪਰ ਵੀ ਰੋਕ ਲਗਾ ਸਕਦੀ ਹੈ। ਨਾਲ ਹੀ ਦੱਸ ਦਈਏ ਕਿ ਜੋ ਕੈਨੇਡਾ ਦੇ ਵਿੱਚ 14 ਦਿਨਾਂ ਦੇ ਕੁਆਰੰਟਾਈਨ ਦਾ ਨਿਯਮ ਹੈ, ਉਹ ਉਸੇ ਤਰ੍ਹਾਂ ਹੀ ਬਰਕਰਾਰ ਰਹੇਗਾ। ਉਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਵੇਗੀ। ਪਰ ਕੋਵਿਡ-19 ਦੇ ਹਾਲਾਤਾਂ ਨੂੰ ਦੇਖਦਿਆਂ ਕੈਨੇਡਾ ਹੋਰ ਵੀ ਫਲਾਈਟਸ ਦੇ ਉੱਪਰ ਰੋਕ ਲਗਾ ਸਕਦਾ ਹੈ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। As we said from the very beginning, we will do whatever it takes to keep Canadians safe based on the best advice, the best recommendations of experts. As we did when there was concern over the Christmas holidays around the UK variant, we banned flights outright coming from the UK while we could bring in stronger measures around pre-boarding testing. Mandatory for anyone returning to this country. We will continue to look at various variants, various geographies, and make sure we're taking the right decisions and the right measures to keep Canadians safe. Every step of the way, we're going to be informed by the recommendations of our experts and of public health doctors on how to ensure we're keeping Canadians as safe as we possibly can.
total ban, though? Would you look at something like that? We're always looking at various measures as they are effective elsewhere in the world. But so far the measures that we have taken in place, the extremely strong mandatory quarantine that's been in place since March and has been extraordinarily effective, even as we've seen cases rise from external transition throughout Europe and elsewhere. Our measures have been very strong, but we're always open to strengthening them as necessary. ਕੋਵਿਡ-19 ਦੇ ਚੱਲਦਿਆਂ ਬ੍ਰਿਟੇਨ ਦੇ ਵਿੱਚ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਦਰਅਸਲ ਇੱਥੇ ਆਉਣ ਵਾਲੇ ਜੋ ਯਾਤਰੀ ਨੇ ਇੰਟਰਨੈਸ਼ਨਲ ਯਾਤਰੀ ਉਹਨਾਂ ਦੇ ਉੱਪਰ ਸਖਤੀ ਕੀਤੀ ਗਈ ਹੈ। ਇੱਥੇ ਆਉਣ ਵਾਲੇ ਹਰ ਯਾਤਰੀ ਨੂੰ ਆਪਣਾ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਲਾਜ਼ਮੀ ਹੋਏਗਾ। ਦੱਸ ਦਈਏ ਇਸ ਦੇ ਨਾਲ ਹੀ ਜੋ ਕੁਆਰੰਟੀਨ 10 ਦਿਨਾਂ ਦੇ ਲਈ ਹੈ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੋਏਗਾ। ਜੋ ਬ੍ਰਿਟੇਨ ਦੇ ਵਿੱਚ ਲਗਾਤਾਰ ਕੋਵਿਡ-19 ਦੇ ਤੇ ਨਵੇਂ ਵੇਰੀਐਂਟ ਦੇ ਮਾਮਲੇ ਵੱਧ ਰਹੇ ਨੇ ਉਸ ਨੂੰ ਦੇਖਦਿਆਂ ਇੱਕ ਕਦਮ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਵੀ ਕੋਵਿਡ-19 ਨੈਗੇਟਿਵ ਦੇ ਨਾਲ ਸੰਬੰਧਿਤ ਨਿਯਮ 에ਅਰਪੋਰਟਸ ਦੇ ਉੱਪਰ ਲਾਗੂ ਕੀਤਾ ਗਿਆ ਤੇ ਇੱਕ ਕਦਮ ਅਮਰੀਕਾ ਵੱਲੋਂ ਵੀ ਚੁੱਕਿਆ ਗਿਆ ਹੈ। ਯੂਕੇ ਵੱਲੋਂ ਇੰਟਰਨੈਸ਼ਨਲ ਫਲਾਈਟਸ ਦੇ ਉੱਪਰ ਹੋਰ ਸਖਤੀ ਕੀਤੀ ਗਈ ਹੈ। ਹੁਣ ਆਉਣ ਵਾਲੇ ਹਰ ਯਾਤਰੀ ਨੂੰ ਆਪਣਾ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਜ਼ਰੂਰੀ ਹੋਵੇਗਾ। ਯੂਕੇ ਦੇ ਵਿੱਚ ਕੋਵਿਡ-19 ਦੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕਰਨ ਦੇ ਲਈ ਲਾਕਡਾਊਨ ਜਾਰੀ ਹੈ। ਕੋਵਿਡ-19 ਵਾਇਰਸ ਦੇ ਮੱਦੇਨਜ਼ਰ ਸਖਤੀ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਵੀ ਪੂਰੇ ਦੇਸ਼ ਦੇ ਵਿੱਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਾਇਰਸ ਦੇ ਵਿਗੜ ਰਹੇ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਸਰਕਾਰ ਨੇ ਇੰਟਰਨੈਸ਼ਨਲ ਫਲਾਈਟਸ ਦੇ ਉੱਪਰ ਹੋਰ ਪਾਬੰਦੀਆਂ ਲਗਾਉਣ ਦੇ ਉੱਪਰ ਵਿਚਾਰ ਕੀਤਾ ਹੈ। ਇਸ ਦਾ ਐਲਾਨ ਖੁਦ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਹੈ ਕਿ ਦੁਨੀਆ ਦੇ ਹਰ ਇੱਕ ਦੇਸ਼ ਦੇ ਲਈ ਯੂਕੇ ਦੇ ਸਾਰੇ ਟਰੈਵਲ ਕੋਰੀਡੋਰ ਸੋਮਵਾਰ ਸਵੇਰੇ 4 ਵਜੇ ਤੋਂ ਬੰਦ ਕਰ ਦਿੱਤੇ ਜਾਣਗੇ। ਇਸ ਨੂੰ ਨਵੇਂ ਨਿਯਮ ਤਹਿਤ ਸਾਰੇ ਦੇਸ਼ ਦੇ ਯਾਤਰੀਆਂ ਨੂੰ ਯੂਕੇ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਪਿਛਲੇ 72 ਘੰਟਿਆਂ ਵਿੱਚ ਲਏ ਗਏ ਨੈਗੇਟਿਵ ਕੋਵਿਡ-19 ਟੈਸਟ ਦਾ ਸਬੂਤ ਦੇਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਇੰਟਰਨੈਸ਼ਨਲ ਯਾਤਰੀਆਂ ਦੇ ਲਈ ਯੂਕੇ ਆਉਣ ਦੇ ਉੱਪਰ 10 ਦਿਨਾਂ ਦੇ ਲਈ ਕੁਆਰੰਟੀਨ ਕਰਨਾ ਜ਼ਰੂਰੀ ਹੋਵੇਗਾ। ਹਾਲਾਂਕਿ ਉਹ ਇਸ ਦੌਰਾਨ 5 ਦਿਨਾਂ ਬਾਅਦ ਇੱਕ ਹੋਰ ਵਾਧੂ ਟੈਸਟ ਦੇ ਨਾਲ ਆਈਸੋਲੇਟ ਸਮੇਂ ਨੂੰ ਘਟਾ ਸਕਣਗੇ। ਇਹ ਫੈਸਲਾ ਇਸ ਕਰਕੇ ਵੀ ਲਿਆ ਗਿਆ ਹੈ ਕਿਉਂਕਿ ਯੂਕੇ ਦੇ ਵਿੱਚ ਨਵਾਂ ਜੋ ਕੋਵਿਡ-19 ਦਾ ਰੂਪ ਪਾਇਆ ਗਿਆ ਉਸ ਦੇ ਵੀ ਲਗਾਤਾਰ ਮਾਮਲੇ ਵਧਦੇ ਜਾ ਰਹੇ ਹਨ। ਬ੍ਰਿਟੇਨ ਤੋਂ ਬਾਅਦ ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਦੇ ਵਿੱਚ ਵੀ ਕੋਵਿਡ-19 ਦਾ ਸਟ੍ਰੇਨ ਪਾਇਆ ਗਿਆ ਹੈ। ਪ੍ਰਧਾਨ ਮੰਤਰੀ ਦੇ ਅਨੁਸਾਰ ਇਹ ਨਵੇਂ ਨਿਯਮ ਘੱਟੋ-ਘੱਟ 15 ਫਰਵਰੀ ਤੱਕ ਲਾਗੂ ਰਹਿਣਗੇ। ਸਟੀਫਨ ਥਾਮਸ ਨਾਮ ਦੇ ਇੱਕ ਵਿਅਕਤੀ ਦੇ ਨਾਲ ਅਜਿਹਾ ਹੋਇਆ ਕਿ ਉਸਦੇ ਕੋਲ ਮਿਲੀਅਨਸ ਦੇ ਵਿੱਚ ਬਿਟਕੋਇਨਸ ਨੇ, ਪਰ ਉਸ ਨੂੰ ਆਪਣਾ ਪਾਸਵਰਡ ਭੁੱਲ ਗਿਆ। ਦਰਅਸਲ 2011 ਦੇ ਵਿੱਚ ਉਸ ਵੱਲੋਂ ਇੱਕ ਐਨੀਮੇਟਡ ਫਿਲਮ ਤਿਆਰ ਕੀਤੀ ਗਈ ਸੀ ਜਿਸ ਦੇ ਵਿੱਚ ਉਸਨੇ ਦੱਸਿਆ ਸੀ ਕਿ ਡਿਜੀਟਲ ਮਨੀ ਕੰਮ ਕਿਵੇਂ ਕਰਦੀ ਹੈ। ਉਸ ਦੇ ਚੱਲਦਿਆਂ ਉਸ ਨੂੰ ਇਨਾਮ ਦੇ ਤੌਰ ਦੇ ਉੱਪਰ 7002 ਬਿਟਕੋਇਨਸ ਦਿੱਤੇ ਗਏ ਸਨ। ਉਸ ਸਾਲ ਤੋਂ ਲੈ ਕੇ ਹੁਣ ਤੱਕ ਕਾਫੀ ਜ਼ਿਆਦਾ ਮਨੀ ਵੈਲਿਊ ਵਧੀ, ਪਰ ਹੁਣ ਇਸ ਵਿਅਕਤੀ ਦੇ ਨਾਲ ਅਜਿਹਾ ਹੋ ਗਿਆ ਕਿ ਉਸ ਨੂੰ ਆਪਣਾ ਪਾਸਵਰਡ ਹੀ ਭੁੱਲ ਗਿਆ। ਆਇਰਨ ਕੀ ਨੂੰ ਖੋਲਣ ਵਾਸਤੇ 10 ਚਾਂਸ ਜਾਣੀ ਕਿ 10 ਮੌਕੇ ਮਿਲਦੇ ਨੇ, ਪਰ ਸਟੀਫਨ ਦੇ ਕੋਲ ਹੁਣ 2 ਹੀ ਮੌਕੇ ਵਾਪਸ ਰਹਿ ਗਏ ਨੇ। ਕਿਸਮਤ ਵਾਲੇ ਦੀ ਬਦਕਿਸਮਤੀ ਦੇਖੋ, ਪਾਸਵਰਡ ਭੁੱਲਣ ਦੇ ਕਰਕੇ ਉਸ ਦੇ $321 ਮਿਲੀਅਨ ਫਸ ਗਏ ਹਨ। ਜੀ ਹਾਂ, ਸਟੀਫਨ ਥਾਮਸ ਨਾਮ ਦੇ ਵਿਅਕਤੀ ਕੋਲ ਬਿਟਕੋਇਨਸ ਦੇ ਵਿੱਚ $321 ਮਿਲੀਅਨ ਹਨ, ਪਰ ਉਸ ਨੂੰ ਆਪਣਾ ਪਾਸਵਰਡ ਹੀ ਭੁੱਲ ਗਿਆ। ਸਟੀਫਨ ਬਿਟਕੋਇਨ ਮਿਲੀਨੀਅਰ ਤਾਂ ਹੈ, ਪਰ ਉਦੋਂ ਜਦੋਂ ਉਸ ਨੂੰ ਆਪਣਾ ਪਾਸਵਰਡ ਯਾਦ ਆਵੇਗਾ। ਇਹ ਵਿਅਕਤੀ ਪੇਸ਼ੇ ਤੋਂ ਸੈਨ ਫਰਾਂਸਿਸਕੋ ਦਾ ਸੌਫਟਵੇਅਰ ਡਿਵੈਲਪਰ ਅਤੇ CEO ਹੈ। 2011 ਦੇ ਵਿੱਚ ਇਸ ਵਿਅਕਤੀ ਨੇ ਇੱਕ ਐਨੀਮੇਟਡ ਵੀਡੀਓ ਪ੍ਰੋਡਿਊਸ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਡਿਜੀਟਲ ਕਰੰਸੀ ਵਰਕ ਕਿਵੇਂ ਕਰਦੀ ਹੈ। ਇਸ ਵਾਸਤੇ ਇਸ ਨੂੰ 702 ਬਿਟਕੋਇਨਸ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ, ਪਰ ਬਾਅਦ ਦੇ ਵਿੱਚ ਇਸ ਵਿਅਕਤੀ ਨੂੰ ਆਪਣੇ ਆਇਰਨ ਕੀ ਦਾ ਪਾਸਵਰਡ ਹੀ ਭੁੱਲ ਗਿਆ। ਉਦੋਂ ਤੋਂ ਹੁਣ ਤੱਕ ਕਰੰਸੀ ਦੀ ਵੈਲਿਊ ਦੇ ਵਿੱਚ ਕਾਫੀ ਵਾਧਾ ਹੋਇਆ। ਕਿਸੇ ਵੀ ਵਿਅਕਤੀ ਕੋਲ ਆਇਰਨ ਕੀ ਦਾ ਪਾਸਵਰਡ ਗੈਸ ਕਰਨ ਦੇ ਲਈ ਜਾਣੀ ਕਿ ਉਸ ਦਾ ਅੰਦਾਜ਼ਾ ਲਗਾਉਣ ਦੇ ਲਈ 10 ਮੌਕੇ ਹੁੰਦੇ ਹਨ, ਜਿਸ ਤੋਂ ਬਾਅਦ ਉਹ ਹਮੇਸ਼ਾ ਲਈ ਬੰਦ ਹੋ ਜਾਂਦਾ ਹੈ। ਪਰ ਸਟੀਫਨ ਕੋਲ ਹੁਣ ਸਿਰਫ 2 ਹੀ ਮੌਕੇ ਬਚੇ ਹਨ। ਸੋ ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਤਾਂ ਕਿਸਮਤ ਵਾਲੇ ਦੀ ਬਦਕਿਸਮਤੀ ਹੈ ਜਿਸ ਕੋਲ ਇੰਨਾ ਪੈਸਾ ਵੀ ਹੈ ਪਰ ਪਾਸਵਰਡ ਭੁੱਲਣ ਦੇ ਕਰਕੇ ਉਹ ਇਸ ਦਾ ਇਸਤੇਮਾਲ ਨਹੀਂ ਕਰ ਸਕਦਾ। ਆਟਵਾ ਪੁਲਿਸ ਵੱਲੋਂ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ। ਉਸ ਦੇ ਵੱਲੋਂ ਕੁਆਰੰਟੀਨ ਨਿਯਮਾਂ ਦਾ ਉਲੰਘਣ ਕੀਤਾ ਗਿਆ। ਦਰਅਸਲ ਇਹ ਵਿਅਕਤੀ ਅਮਰੀਕਾ ਤੋਂ 6 ਜਨਵਰੀ ਨੂੰ ਆਟਵਾ ਦੇ ਵਿੱਚ ਜਾਣੀ ਕਿ ਕੈਨੇਡਾ ਦੇ ਵਿੱਚ ਆਇਆ, ਜਿਸ ਦਾ ਮਤਲਬ ਸੀ ਉਸ ਤੋਂ ਬਾਅਦ ਉਸ ਨੂੰ 14 ਦਿਨਾਂ ਦੇ ਲਈ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰਨਾ ਚਾਹੀਦਾ ਸੀ, ਪਰ ਇਸ ਵਿਅਕਤੀ ਨੇ ਅਜਿਹਾ ਨਹੀਂ ਕੀਤਾ ਬਲਕਿ ਉਸਨੇ ਕਈ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ। ਇੱਕ ਕੰਪਲੇਂਟ ਆਟਵਾ ਦੀ ਪੁਲਿਸ ਨੂੰ ਮਿਲੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਕੀਤੀ ਹੈ ਤੇ ਇਸ ਨੂੰ ਜੋ ਉਲੰਘਣ ਕੁਆਰੰਟੀਨ ਦੇ ਕੀਤੇ ਗਏ ਨੇ ਉਸ ਦੇ ਚੱਲਦਿਆਂ ਚਾਰਜ ਕੀਤਾ ਗਿਆ ਤੇ ਨਾਲ ਹੀ ਉਸ ਨੂੰ ਜੁਰਮਾਨਾ ਵੀ ਲਗਾਇਆ ਗਿਆ। ਆਟਵਾ ਪੁਲਿਸ ਵੱਲੋਂ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ।
ਉਹ ਇਸ ਕਰਕੇ ਕਿਉਂਕਿ ਉਸ ਵੱਲੋਂ ਕੁਆਰੰਟਾਈਨ ਐਕਟ ਦਾ ਉਲੰਘਣ ਕੀਤਾ ਗਿਆ। ਇਸ ਦੀ ਜਾਣਕਾਰੀ ਖੁਦ ਆਟਵਾ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਜਿਸ ਵੇਲੇ ਇਸ ਵਿਅਕਤੀ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ ਹੋਣਾ ਚਾਹੀਦਾ ਸੀ, ਉਸ ਵੇਲੇ ਇਹ ਵਿਅਕਤੀ ਕਈ ਲੋਕਾਂ ਦੇ ਘਰ ਦੇ ਵਿੱਚ ਗਿਆ। ਦਰਅਸਲ ਇਹ ਵਿਅਕਤੀ ਅਮਰੀਕਾ ਤੋਂ 6 ਜਨਵਰੀ ਨੂੰ ਕੈਨੇਡਾ ਵਿੱਚ ਆਇਆ। ਕੈਨੇਡਾ ਦੇ ਕੁਆਰੰਟਾਈਨ ਦੇ ਜੋ ਨਿਯਮ ਹਨ, ਉਸ ਦੇ ਮੁਤਾਬਕ ਇਸ ਨੂੰ ਜਨਵਰੀ 19 ਤੱਕ ਆਈਸੋਲੇਸ਼ਨ ਦੇ ਵਿੱਚ ਰਹਿਣਾ ਚਾਹੀਦਾ ਸੀ, ਪਰ ਇਸ ਵਿਅਕਤੀ ਨੇ ਇਹਨਾਂ ਨਿਯਮਾਂ ਦਾ ਉਲੰਘਣ ਕੀਤਾ। ਉਸਨੇ ਨਿਯਮ ਤੋੜੇ ਹਨ। OPS ਨੇ ਦੱਸਿਆ ਹੈ ਕਿ ਉਸ ਦੇ ਖਿਲਾਫ 13 ਜਨਵਰੀ ਨੂੰ ਸ਼ਿਕਾਇਤ ਮਿਲੀ ਸੀ ਕਿ ਉਹ ਸੈਲਫ ਆਈਸੋਲੇਟ ਹੋਣ ਦੀ ਬਜਾਏ ਕਈਆਂ ਦੇ ਘਰ ਦੇ ਵਿੱਚ ਜਾ ਰਿਹਾ ਹੈ ਤੇ ਇਸ ਵੱਲੋਂ ਕਈ ਸਮਾਗਮ ਅਟੈਂਡ ਕੀਤੇ ਜਾ ਰਹੇ ਹਨ, ਜਿਸ ਦਾ ਮਤਲਬ ਹੈ ਕਿ ਕੁਆਰੰਟਾਈਨ ਐਕਟ ਅੰਡਰ ਸੈਕਸ਼ਨ 58 ਦਾ ਉਲੰਘਣ ਕੀਤਾ ਗਿਆ। ਪੁਲਿਸ ਵੱਲੋਂ ਇਸ ਵਿਅਕਤੀ ਦਾ ਨਾਮ ਵੀ ਸਾਂਝਾ ਕੀਤਾ ਗਿਆ ਹੈ। ਇਸ ਵਿਅਕਤੀ ਦਾ ਨਾਮ ਐਲ ਕੈਜ਼ੋਨ ਹੈ ਤੇ ਜਿਸ ਦੀ ਉਮਰ 62 ਸਾਲ ਦੱਸੀ ਗਈ ਹੈ। ਇਸ ਨੂੰ $1000 ਦਾ ਫਾਈਨ ਇਸ਼ੂ ਕੀਤਾ ਗਿਆ ਹੈ। ਸਬ ਚਾਰजेस ਦੇ ਨਾਲ ਇਸ ਵਿਅਕਤੀ ਨੂੰ $1130 ਦਾ ਜੁਰਮਾਨਾ ਦੇਣਾ ਪਵੇਗਾ। ਦੱਸ ਦਈਏ ਕਿ ਕੈਨੇਡਾ ਅੰਦਰ ਕੁਆਰੰਟਾਈਨ ਦੇ ਨਿਯਮ ਕਾਫੀ ਜ਼ਿਆਦਾ ਸਖਤ ਹਨ। ਜੇਕਰ ਕੋਈ ਇਸ ਦਾ ਉਲੰਘਣ ਕਰਦਾ ਹੈ ਤਾਂ ਫਿਰ ਇਸ ਵਾਸਤੇ ਉਸ ਨੂੰ ਜੁਰਮਾਨਾ ਦੇਣਾ ਪੈਂਦਾ ਹੈ। ਕੋਵਿਡ-19 ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਹੈ। ਵੈਕਸੀਨੇਸ਼ਨ ਦੀ ਸ਼ੁਰੂਆਤ ਇੱਥੇ ਹੋ ਚੁੱਕੀ ਹੈ, ਪਰ ਫਿਰ ਵੀ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਦੇ ਵਿੱਚ ਜੋ ਬਾਈਡਨ ਵੱਲੋਂ ਆਪਣਾ ਵੈਕਸੀਨੇਸ਼ਨ ਦਾ ਪਲਾਨ ਸਾਂਝਾ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਚਾਹੁੰਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਅਮਰੀਕਨਸ ਨੂੰ ਫ੍ਰੀ ਆਫ ਕਾਸਟ ਜਾਣੀ ਕਿ ਮੁਫਤ ਦੇ ਵਿੱਚ ਕੋਵਿਡ-19 ਦਾ ਟੀਕਾ ਪਹੁੰਚਾਇਆ ਜਾਵੇ। ਇਸ ਮੌਕੇ ਦੇ ਉੱਪਰ ਉਹਨਾਂ ਨੇ ਹੋਰ ਵੀ ਕਈ ਖਾਸ ਗੱਲਾਂ ਦੀ ਸਾਂਝ ਪਾਈ ਹੈ। ਕੀ ਕਿਹਾ ਗਿਆ ਉਹਨਾਂ ਵੱਲੋਂ, ਆਪ ਹੀ ਸੁਣੋ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀਡੀਓ ਰਾਹੀਂ ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਦੀ ਜਾਣਕਾਰੀ ਸਾਂਝੀ ਕੀਤੀ ਗਈ। ਅਮਰੀਕਾ ਦੇ ਵਿੱਚ ਕੋਰੋਨਾ ਵਾਇਰਸ ਦਾ ਫੈਲਾਅ ਅਜੇ ਵੀ ਜਾਰੀ ਹੈ। ਚਾਹੇ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ, ਪਰ ਫਿਰ ਵੀ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਦੇ ਵਿੱਚ ਜੋ ਬਾਈਡਨ ਦੇ ਲਈ ਕਾਫੀ ਚੁਣੌਤੀ ਭਰਿਆ ਹੈ ਕਿ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਹਾਲ ਹੀ ਦੇ ਵਿੱਚ ਬਾਈਡਨ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਇਸ ਵੀਡੀਓ ਰਾਹੀਂ ਬਾਈਡਨ ਨੇ ਸੰਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ ਸਾਡਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਅਮਰੀਕਨਸ ਨੂੰ ਮੁਫਤ ਦੇ ਵਿੱਚ ਕੋਵਿਡ-19 ਵੈਕਸੀਨ ਲਗਾਉਣਾ ਹੈ। ਉਹਨਾਂ ਕਿਹਾ ਕਿ ਅਸੀਂ ਵੈਕਸੀਨ ਦੀ ਸਪਲਾਈ ਤੇਜ਼ ਕਰਾਂਗੇ ਤਾਂ ਕਿ ਕੋਰੋਨਾ ਵਾਇਰਸ ਦੇ ਉੱਪਰ ਜਲਦ ਤੋਂ ਜਲਦ ਕਾਬੂ ਪਾਇਆ ਜਾਵੇ। ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਵੀ ਕਈ ਗੱਲਾਂ ਦੀ ਸਾਂਝ ਪਾਈ ਗਈ ਹੈ। ਉਹਨਾਂ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। Our plan is as clear as it is bold. Get more people vaccinated for free. Create more places for them to get vaccinated. Mobilize more medical teams to get the shots in people's arms. Increase supply and get it out the door as soon as possible. This will be one of the most challenging operational efforts ever undertaken by our country. But you have my word that we will manage the hell out of this operation. But as I said last night, we need funding from Congress to make this happen. And I'm optimistic. I'm convinced the American people are ready to spare no effort and no expense to get this done. ਹਾਲ ਹੀ ਦੇ ਵਿੱਚ ਖਬਰ ਸਾਹਮਣੇ ਆਈ ਸੀ ਕਿ ਫਾਈਜ਼ਰ ਵੈਕਸੀਨ ਵੱਲੋਂ ਆਪਣੀ ਡਿਲੀਵਰੀ ਦੇ ਵਿੱਚ ਡਿਲੇ ਕੀਤਾ ਜਾ ਰਿਹਾ ਹੈ, ਜਾਣੀ ਕਿ ਉਸ ਨੂੰ ਸਲੋ ਕਰ ਦਿੱਤਾ ਗਿਆ। ਉਸ ਤੋਂ ਬਾਅਦ ਓਨਟਾਰੀਓ ਤੋਂ ਹੁਣ ਖਬਰ ਸਾਹਮਣੇ ਆਈ ਹੈ ਕਿ ਜਿਨ੍ਹਾਂ ਨੂੰ ਸੈਕੰਡ ਡੋਜ਼ ਕੋਵਿਡ-19 ਵੈਕਸੀਨ ਦਾ ਲੱਗਣਾ ਹੈ, ਉਹਨਾਂ ਨੂੰ 42 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ। ਉਹ ਇਸ ਕਰਕੇ ਕਿਉਂਕਿ ਪਿੱਛੋਂ ਫਾਈਜ਼ਰ ਵੈਕਸੀਨ ਦੀ ਜੋ ਡਿਲੀਵਰੀ ਹੈ ਉਸ ਨੂੰ ਸਲੋ ਕੀਤਾ ਗਿਆ ਹੈ। ਇਸ ਡਿਲੀਵਰੀ ਨੂੰ ਸਲੋ ਕਰਨ ਦਾ ਕਾਰਨ ਜਿਹੜਾ ਹੈ ਉਹ ਇਹ ਹੈ ਕਿ ਯੂਰਪੀਅਨ ਦੇਸ਼ਾਂ ਦੀ ਮੰਗ ਇਸ ਕੰਪਨੀ ਵੱਲੋਂ ਪੂਰੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਬਾਕੀ ਕਈ ਦੇਸ਼ਾਂ ਦੀ ਡਿਲੀਵਰੀ ਹੁਣ ਸਲੋ ਹੋ ਗਈ ਹੈ ਤੇ ਉਹਨਾਂ ਦੇਸ਼ਾਂ ਦੇ ਵਿੱਚ ਨਾਮ ਕੈਨੇਡਾ ਦਾ ਵੀ ਸ਼ਾਮਿਲ ਹੈ। ਓਨਟਾਰੀਓ ਦੇ ਵਿੱਚ ਕੋਵਿਡ ਵੈਕਸੀਨ ਦੇ ਦੂਸਰੇ ਡੋਜ਼ ਨੂੰ 42 ਦਿਨਾਂ ਤੱਕ ਲੇਟ ਕੀਤਾ ਜਾਵੇਗਾ। ਓਨਟਾਰੀਓ ਸਰਕਾਰ ਨੇ ਕਿਹਾ ਹੈ ਕਿ ਫਾਈਜ਼ਰ ਟੀਕੇ ਦੀ ਡਿਲੀਵਰੀ ਸਲੋ ਹੋਣ ਕਰਕੇ ਅਜਿਹਾ ਕਰਨਾ ਪਵੇਗਾ। ਜਿਨ੍ਹਾਂ ਲੌਂਗ ਟਰਮ ਕੇਅਰ ਰੈਜ਼ੀਡੈਂਟਸ, ਸਟਾਫ ਅਤੇ ਕੇਅਰਗਿਵਰਸ ਨੂੰ ਪਹਿਲਾ ਡੋਜ਼ ਦਿੱਤਾ ਗਿਆ ਹੈ, ਉਹਨਾਂ ਨੂੰ ਦੂਸਰੇ ਡੋਜ਼ ਵਾਸਤੇ 21 ਤੋਂ 27 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ। ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਨੇ ਕਿਹਾ ਹੈ ਕਿ ਬਾਕੀ ਸਭ ਨੂੰ ਸੈਕੰਡ ਡੋਜ਼ 21 ਦਿਨਾਂ ਬਾਅਦ ਅਤੇ 42 ਦਿਨਾਂ ਤੋਂ ਪਹਿਲਾਂ ਦਿੱਤਾ ਜਾਵੇਗਾ। ਜੋ ਮੋਡਰਨਾ ਟੀਕੇ ਦਾ ਸਕੈਡਿਊਲ ਹੈ ਉਹ ਉਸੇ ਤਰ੍ਹਾਂ ਹੀ ਰਹੇਗਾ ਜਿਸ ਤਰ੍ਹਾਂ ਨਿਰਧਾਰਿਤ ਕੀਤਾ ਗਿਆ। ਫੈਡਰਲ ਆਫੀਸਰਸ ਨੇ ਕਿਹਾ ਹੈ ਕਿ ਇਸ ਹਫਤੇ ਉਹਨਾਂ ਨੂੰ ਮੋਡਰਨਾ ਵੈਕਸੀਨ ਦੀਆਂ 1,71,000 ਡੋਜ਼ਸ ਮਿਲੀਆਂ। ਇਹ ਡਿਲੇ ਵਾਲੀ ਖਬਰ ਉਸ ਵੇਲੇ ਸਾਹਮਣੇ ਆਈ ਜਦੋਂ ਫੈਡਰਲ ਸਰਕਾਰ ਨੇ ਇਹ ਐਲਾਨ ਕੀਤਾ ਕਿ ਫਾਈਜ਼ਰ ਟੀਕਾ ਸਾਰੇ ਦੇਸ਼ਾਂ ਵਾਸਤੇ ਆਪਣੀ ਡਿਲੀਵਰੀ ਹੌਲੀ ਕਰ ਰਿਹਾ ਹੈ ਕਿਉਂਕਿ ਉਹ ਯੂਰਪੀਅਨ ਕੰਟਰੀਜ਼ ਦੀ ਮੰਗ ਪੂਰਾ ਕਰੇਗੀ। ਦੱਸ ਦਈਏ ਕਿ ਇਹ ਸਭ ਟੈਂਪਰੇਰੀ ਹੈ। Last evening, in a conversation with representatives from Pfizer Canada,
I was informed that due to work to expand its European manufacturing capacity, production of the Pfizer-BioNTech COVID-19 vaccine will be impacted for a short period. This expansion work means that Pfizer is temporarily reducing deliveries to all countries receiving vaccine manufactured at its European facility, and that includes Canada. Before discussing this further, I wish to be very clear from the outset. This is a temporary delay, and we remain on track to have enough approved vaccines for everyone who wishes to be vaccinated by the end of September 2021. Avant d'en parler plus longuement, Before je going tiens further, à I être want très clair to be very dès le clear début. Ce retard temporaire from the dans very les beginning. livraisons This is a n'a temporary absolument delay aucune and will have no incidence impact d'obtenir suffisamment de vaccins on approuvés obtaining enough pour approved que tout le vaccine monde qui doses le so souhaite that puisse all être those who vacciné wish to be d'ici vaccinated la fin by du the end mois of September de will be septembre. able to get In the doses. fact, Pfizer believes that by the end of March, it will be able to catch up such that we will be on track for the total committed doses for Q1. This is unfortunate. However, such delays and issues are to be expected when global supply chains are stretched well beyond their limits. ਟਵਿੱਟਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੋ ਵੀ ਆਫੀਸ਼ੀਅਲ ਅਕਾਊਂਟਸ ਨੇ ਉਹਨਾਂ ਨੂੰ ਹੁਣ ਜੋ ਬਾਈਡਨ ਜੋ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਉਹਨਾਂ ਨੂੰ ਸੌਂਪਿਆ ਜਾਵੇਗਾ। ਇਸ ਦੇ ਨਾਲ ਸਾਰੀ ਜਾਣਕਾਰੀ ਉਹਨਾਂ ਵੱਲੋਂ ਦੱਸੀ ਗਈ ਹੈ। ਕੀ ਉਹ ਜਾਣਕਾਰੀ ਜਾਣੋ ਇਸ ਖਬਰ ਦੇ ਰਾਹੀਂ। ਟਵਿੱਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਟਵਿੱਟਰ ਰਾਸ਼ਟਰਪਤੀ ਅਹੁਦੇ ਦੇ ਨਾਲ ਸੰਬੰਧਿਤ ਖਾਤਿਆਂ ਨੂੰ ਤਬਦੀਲ ਕਰਨ ਦੇ ਵਿੱਚ ਹੁਣ ਕੰਮ ਕਰੇਗੀ। ਦਰਅਸਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਸਹੁੰ ਚੁੱਕ ਸਮਾਗਮ ਤੇ ਸੋਸ਼ਲ ਮੀਡੀਆ ਸਾਈਟ ਟਵਿੱਟਰ ਉਹਨਾਂ ਨੂੰ ਅਹੁਦੇ ਦੇ ਨਾਲ ਸੰਬੰਧਿਤ ਟਵਿੱਟਰ ਦੇ ਅਧਿਕਾਰਤ ਖਾਤੇ ਸੌਂਪੇਗੀ। ਇਸ ਤੋਂ ਇਲਾਵਾ ਟਵਿੱਟਰ ਦੇ ਹੋਰ ਵੀ ਜਿਹੜੇ ਅਕਾਊਂਟਸ ਨੇ ਜੋ ਰਾਸ਼ਟਰਪਤੀ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਨੇ ਜਿਵੇਂ ਕਿ @White House, @VP, @Flotus ਅਤੇ @PressSec ਵੀ ਬਾਈਡਨ ਪ੍ਰਸ਼ਾਸਨ ਦੇ ਵਿੱਚ ਤਬਦੀਲ ਕੀਤੇ ਜਾਣਗੇ। ਇਸ ਦੌਰਾਨ ਕੰਪਨੀ ਵੱਲੋਂ ਇੱਕ ਹੋਰ ਖਾਤਾ ਵੀ ਬਣਾਇਆ ਗਿਆ ਹੈ ਜਾਣੀ ਕਿ ਇੱਕ ਨਵਾਂ ਅਕਾਊਂਟ ਬਣਾਇਆ ਗਿਆ ਹੈ ਜੋ ਕਿ @Second Gentleman ਹੈ। ਇਹ ਅਕਾਊਂਟ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਵਾਸਤੇ ਹੋਵੇਗਾ। ਹੁਣ ਤੱਕ ਜੋ ਬਾਈਡਨ ਵੱਲੋਂ ਆਪਣੇ ਅਕਾਊਂਟ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਹੈ @Joe Biden। ਉਹਨਾਂ ਵੱਲੋਂ ਜਾਣਕਾਰੀ ਆਪਣੇ ਅਕਾਊਂਟ @PrezElected ਬਾਈਡਨ ਖਾਤੇ ਬਾਰੇ ਵੀ ਸਾਂਝੀ ਕੀਤੀ ਗਈ ਹੈ। ਨਾਲ ਹੀ ਟਵਿੱਟਰ ਨੇ ਇੱਕ ਹੋਰ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਮੌਜੂਦਾ ਵਾਈਟ ਹਾਊਸ ਦੇ ਅਕਾਊਂਟ ਦੇ ਫਾਲੋਅਰਸ ਆਪਣੇ ਨਵੇਂ ਤਬਦੀਲ ਕੀਤੇ ਖਾਤਿਆਂ ਤੱਕ ਪਹੁੰਚ ਨਹੀਂ ਸਕਣਗੇ ਜਦਕਿ ਇਸ ਸੰਬੰਧੀ ਉਹਨਾਂ ਨੂੰ ਨਵੇਂ ਅਕਾਊਂਟਸ ਨੂੰ ਫਾਲੋ ਕਰਨ ਦੇ ਲਈ ਨੋਟੀਫਿਕੇਸ਼ਨ ਪ੍ਰਾਪਤ ਕਰਨੀ ਹੋਵੇਗੀ। ਬਿਲ ਗੇਟਸ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ ਬਣ ਗਏ ਹਨ ਕਿਉਂਕਿ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਉਹਨਾਂ ਕੋਲ ਹੈ। ਉਹਨਾਂ ਵੱਲੋਂ 2,68,000 ਤੋਂ ਜ਼ਿਆਦਾ ਏਕੜ ਜ਼ਮੀਨ ਖਰੀਦੀ ਗਈ ਹੈ ਜਿਸ ਦੇ ਚੱਲਦਿਆਂ ਹੁਣ ਕੰਪਿਊਟਰਾਂ ਵਾਲੇ ਵੀ ਕਿਸਾਨ ਬਣ ਗਏ ਨੇ ਤੇ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ ਬਣ ਗਏ ਨੇ। ਹੁਣ ਕੰਪਿਊਟਰਾਂ ਵਾਲੇ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ ਬਣੇ ਹਨ ਜਿਨ੍ਹਾਂ ਨੇ 18 ਸੂਬਿਆਂ ਦੇ ਵਿੱਚ 2,68,000 ਏਕੜ ਜ਼ਮੀਨ ਖਰੀਦੀ ਹੈ। ਦਰਅਸਲ ਬਿਲ ਗੇਟਸ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ ਹਨ। ਬਿਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ ਮਾਈਕਰੋਸਾਫਟ ਕੰਪਨੀ ਦੇ ਸੰਸਥਾਪਕ ਹਨ ਅਤੇ ਹੁਣ ਉਹ ਸਭ ਤੋਂ ਵੱਡੇ ਕਿਸਾਨ ਅਮਰੀਕਾ ਦੇ ਬਣ ਗਏ ਹਨ। ਹਾਲ ਹੀ ਦੇ ਵਿੱਚ ਬਿਲ ਗੇਟਸ ਨੇ ਅਮਰੀਕਾ ਦੇ ਕਰੀਬ 18 ਸੂਬਿਆਂ ਦੇ ਵਿੱਚ 2.68 ਲੱਖ ਏਕੜ ਜ਼ਮੀਨ ਦਾ ਸੌਦਾ ਕੀਤਾ। ਜੋ ਜ਼ਮੀਨ ਬਿਲ ਗੇਟਸ ਵੱਲੋਂ ਖਰੀਦੀ ਗਈ ਹੈ ਉਸ ਤੋਂ ਬਾਅਦ ਜਾਣੀ ਕਿ ਉਸਦੇ ਮੁਤਾਬਕ ਹੁਣ ਉਹ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ ਬਣ ਗਏ ਨੇ। ਅਮਰੀਕਾ ਦੇ ਵਿੱਚ ਇਸ ਤੋਂ ਜ਼ਿਆਦਾ ਜ਼ਮੀਨ ਕਿਸੇ ਹੋਰ ਕੋਲ ਨਹੀਂ ਹੈ। ਬਿਲ ਗੇਟਸ ਅਜਿਹੇ ਪਹਿਲੇ ਕਿਸਾਨ ਹਨ ਜਿਨ੍ਹਾਂ ਕੋਲ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਹੈ। ਆਮ ਤੌਰ ਦੇ ਉੱਪਰ ਤਾਂ ਇਹ ਹੁੰਦਾ ਹੈ ਕਿ ਕਾਰਪੋਰੇਟ ਸੈਕਟਰ ਦੇ ਨਾਲ ਸੰਬੰਧਿਤ ਹਮੇਸ਼ਾ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਦੇ ਹਨ ਪਰ ਬਿਲ ਗੇਟਸ ਨੇ ਅਮਰੀਕਾ ਦੇ ਵਿੱਚ ਜ਼ਮੀਨ 'ਚ ਇਨਵੈਸਟ ਕੀਤਾ। ਉਹਨਾਂ ਨੇ ਇਸ ਜ਼ਮੀਨ ਦੇ ਵਿੱਚ ਨਿਵੇਸ਼ ਜਾਣੀ ਕਿ ਇਨਵੈਸਟ ਹੀ ਨਹੀਂ ਕੀਤਾ ਬਲਕਿ ਹਰ ਤਰ੍ਹਾਂ ਦੀ 2,68,984 ਏਕੜ ਜ਼ਮੀਨ ਦੇ ਮਾਲਕ ਬਣ ਗਏ ਹਨ। ਇਸ ਤੋਂ ਬਾਅਦ ਬਿਲ ਗੇਟਸ ਦੀ ਹੁਣ ਅਮਰੀਕਾ ਦੇ 19 ਸੂਬਿਆਂ ਦੇ ਵਿੱਚ ਜ਼ਮੀਨ ਹੈ। ਜੋ ਜ਼ਮੀਨ ਉਹਨਾਂ ਵੱਲੋਂ ਖਰੀਦੀ ਗਈ ਹੈ ਉਸ ਦੇ ਵਿੱਚ ਉਹ ਸਮਾਰਟ ਸਿਟੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ 2018 ਦੇ ਵਿੱਚ ਬਿਲ ਗੇਟਸ ਨੇ ਆਪਣੇ ਗ੍ਰਹਿ ਸੂਬੇ ਵਾਸ਼ਿੰਗਟਨ ਦੇ ਵਿੱਚ 16,000 ਏਕੜ ਜ਼ਮੀਨ ਖਰੀਦੀ ਸੀ
ਇਹ ਉਸ ਸਾਲ ਦੇ ਵਿੱਚ ਅਮਰੀਕਾ 'ਚ ਸਭ ਤੋਂ ਜ਼ਿਆਦਾ ਵੱਧ ਕੀਮਤ ਦੇ ਵਿੱਚ ਖਰੀਦੀ ਗਈ ਜ਼ਮੀਨ ਸੀ। ਇਸ ਦੇ ਵਿੱਚ ਜ਼ਿਆਦਾਤਰ ਜ਼ਮੀਨ ਦੇ ਹਿੱਸੇ ਵਿੱਚ ਬਿਲ ਗੇਟਸ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਦੱਸਾਂਗੇ ਕੈਨੇਡਾ ਅੰਦਰ ਕੀ ਇਸ ਸਮੇਂ ਕੇਸਿਸ ਓਵਰਵਿਊ ਹੈ। ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ 3056 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ ਅਤੇ 51 ਮੌਤਾਂ ਵੀ ਦਰਜ ਕੀਤੀਆਂ ਗਈਆਂ। ਓਨਟਾਰੀਓ ਦੇ ਵਿੱਚ ਇਸ ਸਮੇਂ 1632 ਮਰੀਜ਼ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 397 ਇੰਟੈਂਸਿਵ ਕੇਅਰ ਅਧੀਨ ਹਨ ਅਤੇ 281 ਵੈਂਟੀਲੇਟਰ ਦੇ ਉੱਪਰ ਨੇ। ਟੋਰਾਂਟੋ ਤੋਂ 903 ਮਾਮਲੇ, ਪੀਲ ਰੀਜਨ ਤੋਂ 639 ਮਾਮਲੇ, ਯਾਰਕ ਰੀਜਨ ਤੋਂ 283 ਮਾਮਲੇ, ਦੁਹਰਮ ਰੀਜਨ ਤੋਂ 162 ਮਾਮਲੇ ਸਾਹਮਣੇ ਆਏ ਹਨ। ਮੈਨੀਟੋਬਾ ਦੇ ਵਿੱਚ 2 ਲੋਕਾਂ ਦੀ ਵਾਇਰਸ ਕਾਰਨ ਜਾਨ ਗਈ ਤੇ 180 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮੈਨੀਟੋਬਾ ਦੇ ਵਿੱਚ ਹੁਣ ਤੱਕ 27322 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਮੇਂ ਇੱਥੇ 2986 ਐਕਟਿਵ ਕੇਸਿਸ ਹਨ। 283 ਮਰੀਜ਼ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 36 ICU ਪੇਸ਼ੈਂਟ ਹਨ। ਦੱਸ ਦਈਏ ਕਿ ਇੱਥੇ 2043 ਕੋਵਿਡ-19 ਦੇ ਟੈਸਟ ਕੀਤੇ ਗਏ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 7,01,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 17,850 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਕਾਰਨ ਇੱਥੇ ਜਾਂਚ ਆ ਚੁੱਕੀ ਹੈ। ਉਧਰ ਠੀਕ ਹੋਣ ਵਾਲੇ ਮਰੀਜ਼ਾਂ ਦੀ ਗੱਲ ਕਰੀਏ ਤਾਂ 6,08,000 ਦੇ ਕਰੀਬ ਗਿਣਤੀ ਉਹਨਾਂ ਮਰੀਜ਼ਾਂ ਦੀ ਹੈ ਜੋ ਹੁਣ ਤੱਕ ਕੋਵਿਡ-19 ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਖਾਲਸਾ ਏਡ ਨੂੰ NIA ਦਾ ਨੋਟਿਸ, ਰਵੀ ਸਿੰਘ ਨੇ ਦੱਸੀ ਸੱਚਾਈ। ਅਮਰੀਕਾ ਵਾਲੇ ਨੇ ਕੈਨੇਡਾ ਆ ਕੇ ਤੋੜੇ ਨਿਯਮ, ਓਟਵਾ ਪੁਲਿਸ ਨੇ ਠੋਕਿਆ ਜੁਰਮਾਨਾ। ਕੈਨੇਡਾ ਲਗਾ ਸਕਦਾ ਹੈ ਹੋਰ ਫਲਾਈਟਾਂ ਦੇ ਉੱਪਰ ਰੋਕ, ਟਰੂਡੋ ਨੇ ਦੱਸੇ ਕਾਰਨ। UK ਆਉਣ ਵਾਲਿਆਂ ਤੇ ਸਖਤੀ, ਹੁਣ ਜਾਰੀ ਹੋਏ ਨਵੇਂ ਨਿਯਮ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।